ਹੁਣ ਅੱਗੇ ਵਧਦੇ ਕੁਝ ਖਬਰਾਂ ਵਿਸਥਾਰ ਦੇ ਨਾਲ ਦੇਖਾਂਗੇ। ਇਸ ਸਮੇਂ ਇੱਕ ਵੱਡੀ ਖਬਰ ਹੈ, ਉਸ ਦਾ ਰੁਖ ਕਰਦੇ ਹਾਂ। ਕਿਸਾਨ ਅੰਦੋਲਨ ਦੇ ਵਿਚਾਲੇ ਪ੍ਰਧਾਨ ਮੰਤਰੀ ਮੋਦੀ ਦੇ ਵੱਲੋਂ ਟਵੀਟ ਕੀਤਾ ਗਿਆ ਤੇ ਟਵੀਟ ਦੀ ਭਾਸ਼ਾ ਹੈ ਪੰਜਾਬੀ। ਜੀ ਹਾਂ, ਪ੍ਰਧਾਨ ਮੰਤਰੀ ਨੇ ਪੰਜਾਬੀ ਦੇ ਵਿੱਚ ਟਵੀਟ ਕੀਤਾ ਹੈ। ਖੇਤੀਬਾੜੀ ਮੰਤਰੀ ਦੀ ਚਿੱਠੀ ਪੜ੍ਹਨ ਦੀ ਅਪੀਲ ਕਿਸਾਨਾਂ ਨੂੰ ਕਰ ਰਹੇ ਨੇ। ਹਾਲਾਂਕਿ ਇਸ ਤੋਂ ਪਹਿਲਾਂ ਵੀ ਇਹ ਟਵੀਟ ਕੀਤਾ ਗਿਆ ਸੀ, ਉਹ ਹਿੰਦੀ ਦੇ ਵਿੱਚ ਸੀ, ਤੇ ਹੁਣ ਪੰਜਾਬੀ ਦੇ ਵਿੱਚ ਪ੍ਰਧਾਨ ਮੰਤਰੀ ਦੇ ਵੱਲੋਂ ਟਵੀਟ ਕਰਕੇ ਕਿਸਾਨਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਜੋ ਖੇਤੀਬਾੜੀ ਮੰਤਰੀ ਦੇ ਵੱਲੋਂ ਚਿੱਠੀ ਲਿਖੀ ਗਈ ਹੈ ਉਹ ਕਿਸਾਨ ਜ਼ਰੂਰ ਪੜ੍ਹਨ। ਪ੍ਰਧਾਨ ਮੰਤਰੀ ਅਪੀਲ ਕਰ ਰਹੇ ਨੇ ਸਾਰੇ ਅੰਨਦਾਤਿਆਂ ਨੂੰ, ਅਪੀਲ ਉਹ ਚਿੱਠੀ ਜ਼ਰੂਰ ਪੜ੍ਹਨ। ਦੇਸ਼ ਵਾਸੀਆਂ ਨੂੰ ਉਹਨਾਂ ਨੇ ਤਾਕੀਦ ਵੀ ਕੀਤੀ ਕਿ ਵੱਧ ਤੋਂ ਵੱਧ ਲੋਕਾਂ ਤੱਕ ਇਸ ਚਿੱਠੀ ਨੂੰ ਪਹੁੰਚਾਓ। ਤੋਮਰ ਨੇ ਚਿੱਠੀ ਦੇ ਵਿੱਚ ਨਵੇਂ ਖੇਤੀ ਕਾਨੂੰਨਾਂ ਦੇ ਫਾਇਦੇ ਗਿਣਾਏ ਸਨ ਤੇ ਇਸ ਚਿੱਠੀ ਦੇ ਜ਼ਰੀਏ ਕਿਸਾਨਾਂ ਤੱਕ ਪਹੁੰਚ ਕਰਨ ਦੀ ਕੇਂਦਰ ਦੀ ਸਰਕਾਰ ਕੋਸ਼ਿਸ਼ ਕਰ ਰਹੀ ਹੈ। ਸੱਦਾ ਰੁਕ ਕਰਦੇ ਹਾਂ, ਪੰਕਜ ਕਪਾਹੀ ਮੇਰੇ ਸਹਿਯੋਗੀ ਸਾਡੇ ਨਾਲ ਜੁੜ ਰਹੇ ਨੇ। ਪੰਕਜ, ਪੰਜਾਬੀ ਚ ਟਵੀਟ ਜਦੋਂ ਹੁੰਦਾ ਹੈ ਪ੍ਰਧਾਨ ਮੰਤਰੀ ਦਾ, ਆਪਣੇ ਆਪ ਉਸਦੇ ਕਈ ਮਾਇਨੇ ਕੱਢੇ ਜਾ ਸਕਦੇ ਨੇ, ਪਰ ਕਿਤੇ ਨਾ ਕਿਤੇ ਹੁਣ ਸਿੱਧਾ ਪੰਜਾਬ ਦੇ ਕਿਸਾਨਾਂ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਟਵਿੱਟਰ ਦੇ ਜ਼ਰੀਏ, ਪੰਜਾਬੀ ਟਵੀਟ ਦੇ ਜ਼ਰੀਏ, ਇਸ ਚਿੱਠੀ ਦੇ ਜ਼ਰੀਏ। ਬਿਲਕੁਲ ਗੌਰਵ, ਕਿਉਂਕਿ ਇਸ ਤੋਂ ਪਹਿਲਾਂ ਜੋ ਇੱਕ ਬੁਕਲੈਟ ਵੀ ਕੱਢੀ ਗਈ ਸੀ ਜਿਸ ਦੇ ਵਿੱਚ ਜ਼ਿਕਰ ਕੀਤਾ ਗਿਆ ਸੀਗਾ ਕਿ ਕੇਂਦਰ ਸਰਕਾਰ ਦਾ, ਪ੍ਰਧਾਨ ਮੰਤਰੀ ਮੋਦੀ ਸਰਕਾਰ ਦਾ ਕਿਸਾਨ ਸਿੱਖਾਂ ਦੇ ਨਾਲ ਖਾਸ ਰਿਸ਼ਤਾ, ਉਹ ਵੀ ਪੰਜਾਬੀ ਦੇ ਵਿੱਚ ਔਰ ਹਿੰਦੀ ਦੇ ਵਿੱਚ ਬੁਕਲੈਟ ਕੱਢੀ ਗਈ ਸੀਗੀ। ਔਰ ਹੁਣ ਜੋ ਟਵੀਟ ਕੀਤਾ ਗਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ, ਉਹਨਾਂ ਨੇ ਇਹ ਕਿਹਾ ਕਿ ਨਰਿੰਦਰ ਸਿੰਘ ਤੋਮਰ ਖੇਤੀਬਾੜੀ ਮੰਤਰੀ ਨੇ ਜੋ ਚਿੱਠੀ ਲਿਖੀ ਹੈ ਉਸ ਨੂੰ ਜ਼ਰੂਰ ਹਰੇਕ ਪੰਜਾਬੀ ਜਿਹੜਾ ਉਹ ਪੜ੍ਹੇ, ਉਸ ਨੂੰ ਜ਼ਰੂਰ ਸਮਝਣ ਦੀ ਕੋਸ਼ਿਸ਼ ਕਰੇ ਔਰ ਸੰਵਾਦ ਕਰਨ ਦੀ ਕੋਸ਼ਿਸ਼ ਜਿਹੜੀ ਹੈ ਉਹ ਖੇਤੀਬਾੜੀ ਮੰਤਰੀ ਵੱਲੋਂ ਕੀਤੀ ਗਈ ਹੈ। ਔਰ ਇਹ ਟਵੀਟ ਇਸ ਕਰਕੇ ਵੀ ਅਹਿਮ ਹੋ ਜਾਂਦਾ ਹੈ ਕਿ ਪੰਜਾਬੀ ਦੇ ਵਿੱਚ ਇਹ ਟਵੀਟ ਜਿਹੜਾ ਉਹ ਕੀਤਾ ਗਿਆ। ਪ੍ਰਧਾਨ ਮੰਤਰੀ ਦਾ ਅਕਸਰ ਟਵੀਟ ਹਿੰਦੀ ਭਾਸ਼ਾ ਦੇ ਵਿੱਚ ਹੁੰਦਾ, ਲੇਕਿਨ ਇਹ ਪੰਜਾਬੀ ਭਾਸ਼ਾ ਦੇ ਵਿੱਚ ਇਸ ਨੂੰ ਟਵੀਟ ਕਰਕੇ ਕਿਤੇ ਨਾ ਕਿਤੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕੇਂਦਰ ਸਰਕਾਰ ਪੰਜਾਬੀਆਂ ਨੂੰ ਲੈ ਕੇ ਕਿਸ ਤਰੀਕੇ ਦੇ ਨਾਲ ਆ। ਔਰ ਜੋ ਚਿੱਠੀ ਖੇਤੀਬਾੜੀ ਮੰਤਰੀ ਵੱਲੋਂ ਕੱਢੀ ਗਈ ਸੀ, ਜਿਸ ਵਿੱਚ ਅੱਜ ਹਰਮੀਤ ਸਿੰਘ ਕਾਦੀਆਂ ਹੋਰੀ ਵੀ ਜ਼ਿਕਰ ਕਰ ਰਹੇ ਸੀਗੇ ਕਿ 18 ਚੋਂ 8 ਮੰਗਾਂ ਜਿਹੜੀਆਂ ਨੇ ਉਹ ਸਰਕਾਰ ਨੇ ਮੰਨ ਲਈਆਂ ਨੇ, ਔਰ ਬਾਕੀ ਗੱਲਾਂ ਨੂੰ ਲੈ ਕੇ ਕਿਸ ਤਰੀਕੇ ਨਾਲ ਸਰਕਾਰ ਕੀ ਸੋਚਦੀ ਹੈ, ਗੁੰਮਰਾਹ ਕਿਸ ਤਰੀਕੇ ਨਾਲ ਕੀਤਾ ਜਾ ਰਿਹਾ, ਜੋ ਸਰਕਾਰ ਦੇ ਦਾਅਵੇ ਨੇ, ਇਸ ਮੁਤਲਕ ਵੀ ਜ਼ਿਕਰ ਕੀਤਾ ਗਿਆ ਸੀ। ਗੌਰਵ, ਸ਼ੁਕਰੀਆ ਪੰਕਜ, ਧੰਨਵਾਦ ਸਾਡੇ ਨਾਲ ਜੁੜਨ ਦੇ ਲਈ, ਇਸ ਪੂਰੀ ਗੱਲਬਾਤ ਦੇ ਲਈ। ਪ੍ਰਧਾਨ ਮੰਤਰੀ ਨੇ ਪੰਜਾਬੀ ਦੇ ਵਿੱਚ ਟਵੀਟ ਕਰਕੇ ਅਪੀਲ ਕੀਤੀ ਹੈ ਕਿਸਾਨਾਂ ਨੂੰ। ਪੰਜਾਬੀ ਦੇ ਵਿੱਚ ਟਵੀਟ ਕੀਤੇ ਜਾਣ ਦਾ ਮਤਲਬ ਸਿੱਧਾ ਜਿਹਾ ਕਿ ਪੰਜਾਬੀ ਭਾਈਚਾਰੇ ਤੱਕ ਪਹੁੰਚ ਕਰਨ ਦੀ ਕੋਸ਼ਿਸ਼, ਪੰਜਾਬ ਦੇ ਲੋਕਾਂ ਤੱਕ, ਪੰਜਾਬ ਦੇ ਕਿਸਾਨਾਂ ਤੱਕ, ਪ੍ਰਦਰਸ਼ਨਕਾਰੀਆਂ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਪ੍ਰਧਾਨ ਮੰਤਰੀ ਕਰਦੇ ਨਜ਼ਰ ਆਏ ਨੇ। ਹੁਣ ਅੱਗੇ ਵਧਦੇ ਹਾਂ ਤੇ ਇੱਕ ਖਬਰ ਹੁਣ ਸਮਾਣਾ ਤੋਂ। ਸਮਾਣਾ ਦੇ ਵਿੱਚ ਇਨਕਮ ਟੈਕਸ ਵਿਭਾਗ ਐਕਸ਼ਨ ਦੇ ਵਿੱਚ ਨਜ਼ਰ ਆਇਆ। ਇੱਥੋਂ ਦੇ ਆੜਤੀ ਦੇ ਟਿਕਾਣੇ ਦੇ ਉੱਤੇ ਰੇਡ ਕੀਤੀ ਗਈ। ਹਾਲਾਂਕਿ ਇਸ ਰੇਡ ਤੇ ਸਵਾਲ ਵੀ ਉੱਠ ਰਹੇ ਨੇ। ਸਮਾਣਾ ਅਨਾਜ ਮੰਡੀ ਦੇ ਪ੍ਰਧਾਨ ਦੇ ਵਪਾਰਕ ਟਿਕਾਣਿਆਂ ਤੇ ਇਨਕਮ ਟੈਕਸ ਵਿਭਾਗ ਨੇ ਅਚਾਨਕ ਛਾਪਾ ਮਾਰਿਆ। ਜਲੰਧਰ ਤੋਂ ਆਈ ਇਸ ਟੀਮ ਦੀ ਕਾਰਵਾਈ ਤਕਰੀਬਨ 24 ਘੰਟੇ ਤੋਂ ਵੱਧ ਸਮੇਂ ਤੱਕ ਜਾਰੀ ਰਹੀ। ਅਨਾਜ ਮੰਡੀ ਪ੍ਰਧਾਨ ਦੇ ਸਮਾਣਾ ਅਤੇ ਦੇਵੀਗੜ੍ਹ ਸਥਿਤ ਟਿਕਾਣਿਆਂ ਤੇ ਫਰੋਲਾ ਫਰਾਲੀ ਕੀਤੀ ਗਈ। ਇਸ ਦੌਰਾਨ ਇਨਕਮ ਟੈਕਸ ਦੀ ਟੀਮ ਦੇ ਨਾਲ ਸੁਰੱਖਿਆ ਦਸਤੇ ਵੀ ਮੌਜੂਦ ਰਹੇ। ਘੰਟਿਆਂ ਬੱਧੀ ਮਾਰੇ ਗਏ ਛਾਪੇ ਤੋਂ ਬਾਅਦ ਅਧਿਕਾਰੀ ਆਪਣੇ ਨਾਲ ਕਈ ਦਸਤਾਵੇਜ਼ ਲੈ ਕੇ ਚਲੇ ਗਏ। ਇਸ ਸਾਰੀ ਕਾਰਵਾਈ ਦੇ ਦੌਰਾਨ ਨਾ ਤਾਂ ਮੀਡੀਆ ਨੂੰ ਅੰਦਰ ਦਾਖਲ ਹੋਣ ਦੀ ਇਜਾਜ਼ਤ ਦਿੱਤੀ ਗਈ ਅਤੇ ਨਾ ਹੀ ਮੀਡੀਆ ਵਿੱਚ ਇਸ ਬਾਰੇ ਕੋਈ ਬਿਆਨ ਜਾਰੀ ਕੀਤਾ ਗਿਆ। ਉਧਰ ਜਦੋਂ ਇਸ ਸਾਰੇ ਐਕਸ਼ਨ ਬਾਰੇ ਅਨਾਜ ਮੰਡੀ ਦੇ ਪ੍ਰਧਾਨ ਨੂੰ ਪਤਾ ਲੱਗਿਆ ਤਾਂ ਅਚਾਨਕ ਉਹਨਾਂ ਦੀ ਤਬੀਅਤ ਵਿਗੜ ਗਈ, ਜਿਸ ਤੋਂ ਬਾਅਦ ਉਹਨਾਂ ਨੂੰ ਇਲਾਜ ਦੇ ਲਈ ਪਟਿਆਲਾ ਲਿਜਾਇਆ ਗਿਆ। ਇਨਕਮ ਟੈਕਸ ਵਿਭਾਗ ਵੱਲੋਂ ਕੀਤੀ ਗਈ ਇਸ ਕਾਰਵਾਈ ਤੇ ਪੰਜਾਬ ਦੀ ਸਿਆਸਤ ਭਖਣ ਲੱਗੀ ਹੈ। ਆਮ ਆਦਮੀ ਪਾਰਟੀ ਨੇ ਇਨਕਮ ਟੈਕਸ ਦੀ ਕਾਰਵਾਈ ਤੇ ਸਵਾਲ ਚੁੱਕਦਿਆਂ ਕਿਹਾ ਕਿ ਇਹ ਸਭ ਕੁਝ ਕਿਸਾਨ ਅੰਦੋਲਨ ਦੀ ਹਮਾਇਤ ਕਰਨ ਵਾਲਿਆਂ ਨੂੰ ਪਰੇਸ਼ਾਨ ਕਰਨ ਦਾ ਤਰੀਕਾ ਹੈ। ਕੇਂਦਰ ਸਰਕਾਰ ਦਾ ਬਹੁਤ ਵੱਡਾ ਹੱਥ ਹੈ। ਕੇਂਦਰ ਸਰਕਾਰ ਕਿਵੇਂ ਨਾ ਕਿਵੇਂ ਕਿਸਾਨੀ ਸੰਘਰਸ਼ ਜਿਹੜਾ ਹੈਗਾ ਪਹਿਲਾਂ ਪੰਜਾਬ ਤੋਂ ਉੱਠਿਆ ਸੀ, ਹੌਲੀ ਹੌਲੀ ਦੇਸ਼ ਵਿਆਪੀ ਹੁੰਦਾ ਹੋਇਆ ਹੁਣ ਵਰਲਡ ਦੇ ਵਿੱਚ ਇੱਕ ਸੰਘਰਸ਼ ਦਾ ਰੂਪ ਧਾਰਨ ਕਰ ਚੁੱਕਾ ਹੈ। ਕੇਂਦਰ ਸਰਕਾਰ ਬਾਏ ਹੁੱਕ ਔਰ ਕਰੁੱਕ ਇਸ ਚੀਜ਼ ਨੂੰ ਤਾਰ-ਪੀੜੋ ਕਰਨਾ ਚਾਹੁੰਦੀ ਹੈ। ਫਿਲਹਾਲ ਕਿਆਸ ਰਾਈਆਂ ਕਈ ਤਰ੍ਹਾਂ ਦੀਆਂ ਲਾਈਆਂ ਜਾ ਰਹੀਆਂ ਨੇ, ਪਰ ਅਧਿਕਾਰਿਕ ਤੌਰ ਤੇ ਬਿਆਨ ਜਾਂ ਸੂਚਨਾ ਜਾਰੀ ਕੀਤੇ ਜਾਣ ਤੋਂ ਬਾਅਦ ਹੀ ਮਾਮਲੇ ਦੀ ਅਸਲ ਸੱਚਾਈ ਸਾਹਮਣੇ ਆਵੇਗੀ। ਸਮਾਣਾ ਤੋਂ ਪੁਰਸ਼ੋਤਮ ਕੌਸ਼ਿਕ, ਨਿਊਜ਼ 18। ਆੜਤੀਆਂ ਦੇ ਉੱਤੇ ਇਨਕਮ ਟੈਕਸ ਦਾ ਐਕਸ਼ਨ ਨਜ਼ਰ ਆ ਰਿਹਾ ਤੇ ਇਸ ਰੇਡ ਤੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਭੜਕੇ ਨਜ਼ਰ ਆਉਂਦੇ ਨੇ। ਜੇ ਆੜਤੀਆਂ ਦੀ ਆਵਾਜ਼ ਦੱਬਣਾ ਚਾਹੁੰਦੀ ਹੈ ਕੇਂਦਰ ਦੀ ਸਰਕਾਰ, ਮੁੱਖ ਮੰਤਰੀ ਦੇ ਵੱਲੋਂ ਇਹ ਬਿਆਨ ਜਾਰੀ ਕੀਤਾ ਗਿਆ ਹੈ। ਬੀਜੇਪੀ ਬਦਲੇ ਦੀ ਭਾਵਨਾ ਦੇ ਨਾਲ ਕੰਮ ਕਰ ਰਹੀ ਹੈ, ਮੁੱਖ ਮੰਤਰੀ ਨੇ ਵੀ ਜ਼ਿਕਰ ਕੀਤਾ। ਤੁਹਾਨੂੰ ਦੱਸ ਦਈਏ ਮਾਨਸਾ ਦੇ ਵਿੱਚ ਆੜਤੀਆਂ ਦੇ ਉੱਤੇ ਐਕਸ਼ਨ ਹੋਇਆ, ਇਸ ਦੇ ਉੱਤੇ ਸਵਾਲ ਉੱਠੇ ਤੇ ਸਭ ਦੇ ਵਿਚਾਲੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਇਹ ਬਿਆਨ ਲਾਜ਼ਮੀ ਤੌਰ ਦੇ ਉੱਤੇ ਬਹੁਤ ਅਹਿਮ ਹੋ ਜਾਂਦਾ ਹੈ ਤੇ ਮੁੱਖ ਮੰਤਰੀ ਕਹਿ ਰਹੇ ਨੇ ਕਿ ਆੜਤੀਆਂ ਦੀ ਆਵਾਜ਼ ਦੱਬਣਾ ਚਾਹੁੰਦੀ ਹੈ ਸਰਕਾਰ। ਉਧਰ ਕਿਸਾਨ ਕਾਰੋਬਾਰੀਆਂ ਨੂੰ
डरा रही है केंद्र की सरकार। भगवंत मान भी ये कहते नजर आ रहे हैं, यानी कि विरोधियों ने बीजेपी के खिलाफ मोर्चा खोल दिता है कि इनकम टैक्स की रेट की टाइमिंग जो है वो किसान अंदोलन के विचाले आड़तियों की आवाज को दबण की कोशिश है। किसानों का समर्थन कर रहे आड़तियों के उत्ते बदले की कार्रवाई दसी जा रही है। बीजेपी को आड़तियों की बांह मरोड़न की नीति महंगी पवेगी, यह भी हुण विरोधियों के वलों कहा जा रहा है। हुण गल करते हैं समर्थन की। किसानों को लगातार समर्थन मिल रहा है। ਬੱਬੂ ਮਾਨ पंजाब के गायक ने ਵੱਡੇ, ਉਹ टिकरी बॉर्डर पहुंचे। टिकरी बॉर्डर किसानों के प्रदर्शन के उन्होंने समर्थन करने के लिए ਬੱਬੂ ਮਾਨ पहुंचे हुए सन। किसान अंदोलन का उन्होंने समर्थन किया। ਬੱਬੂ ਮਾਨ ने टिकरी बॉर्डर के उत्ते गीतों के जरिए किसानों का फिर हौसला भी ਵਧਾਇਆ। किसान अपने हकों के लिए सड़कों के उत्ते ने। ਬੱਬੂ ਮਾਨ कहते नजर आए। सरकार को उन्होंने अपील भी की कि सरकार को किसानों की गल मननी चाहिए। तो पंजाबी सिंगर खास तौर पर पूरा बॉलीवुड पंजाबी इंडस्ट्री किसानों के नाल आण खड़ी हुई है। ਤੇ ਜਦੋਂ ਤੋਂ ਇਹ ਧਰਨੇ ਪ੍ਰਦਰਸ਼ਨ ਜਾਰੀ ਨੇ, ਜਦੋਂ 25 ਸਤੰਬਰ ਨੂੰ ਬੰਦ ਸੀ ਪੰਜਾਬ ਦੇ ਵਿੱਚ, ਉਸ ਸਮੇਂ ਵੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਪੰਜਾਬੀ ਸਿੰਗਰ ਹੈਗੇ ਨੇ ਉਹ ਸਟੇਜਾਂ ਦੇ ਉੱਤੇ ਨਜ਼ਰ ਆਏ ਸੀ। ਟਿਕਰੀ ਬਾਰਡਰ ਬੱਬੂ ਮਾਨ ਪਹੁੰਚੇ ਹੋਏ ਸਨ। ਉਹਨਾਂ ਨੇ ਆਪਣੇ ਗੀਤਾਂ ਦੇ ਜ਼ਰੀਏ ਸਮਰਥਨ ਕੀਤਾ। ਸਾਡੀ ਤੋਂ ਕਿਸਮਤ ਮਾਰੀ, ਸਾਡੀਆਂ ਫਸਲਾਂ ਦਾ ਕਾਤੋਂ ਲਾਉਂਦੇ ਮੁੱਲ ਵਪਾਰੀ। ਆਖੇ ਸਰਕਾਰਾਂ ਨੂੰ ਸਾਨੂੰ ਵੇਚੇ ਲਾ ਕੇ ਬੋਲੀ, ਅਸੀਂ ਕੱਚੇ ਰੰਗ ਰਹੇ ਸੋਹਣੀਏ ਸਾਡੀ ਕਾਦੀ ਹੋਲੀ। ਅਸੀਂ ਕੱਚੇ ਰੰਗ ਰਹੇ ਸੋਹਣੀਏ ਸਾਡੀ ਕਾਦੀ ਹੋਲੀ। ਵਾਹਿਗੁਰੂ ਦਾ ਖਾਲਸਾ ਵਾਹਿਗੁਰੂ। ਤਾਂ ਬੱਬੂ ਮਾਨ ਵੀ ਉੱਥੇ ਪਹੁੰਚੇ ਹੋਏ ਨੇ, ਉਹਨਾਂ ਦੇ ਵੱਲੋਂ ਵੀ ਸਮਰਥਨ ਕੀਤਾ ਗਿਆ ਟਿਕਰੀ ਬਾਰਡਰ ਤੇ। ਔਰ ਦਿੱਲੀ ਦੇ ਵਿੱਚ ਕਿਸਾਨਾਂ ਦਾ ਸਮਰਥਨ ਕਰਨ ਦੇ ਲਈ ਸਿਰਫ ਕਿਸਾਨ ਹੀ ਨਹੀਂ, ਆਮ ਲੋਕ ਵੀ ਪੰਜਾਬ ਤੋਂ ਪਹੁੰਚ ਰਹੇ ਨੇ। ਵੱਖ-ਵੱਖ ਖਿੱਤਿਆਂ ਦੇ ਨਾਲ ਜੁੜੇ ਹੋਏ ਉਹਨਾਂ ਦੇ ਵੱਲੋਂ ਵੀ ਲਗਾਤਾਰ ਸਮਰਥਨ ਕੀਤਾ ਜਾ ਰਿਹਾ। ਸਿੰਘੂ ਬਾਰਡਰ ਦੇ ਉੱਤੇ ਕੁਝ ਹੋਰ ਲੋਕ ਵੀ ਪਹੁੰਚੇ ਕਿਸਾਨਾਂ ਦੇ ਸਮਰਥਨ ਵਿੱਚ। ਕੋਰਟ ਵੀ ਸਰਕਾਰ ਲੈ ਕੇ ਸਾਡੇ ਖਿਲਾਫ ਨਾ ਕੋਈ ਕਰੇ। ਜਿਹੜੇ ਪਹਿਲਾਂ ਸੁਪਰੀਮ ਕੋਰਟ ਨੇ ਕਾਨੂੰਨ ਕਰੇ ਆ ਕਈ ਇਹ ਸਰਕਾਰ ਦੇ ਹੱਕ 'ਚ ਕਰੇ ਆ। ਉਹ ਪਿੱਛੇ ਆਪਣੇ ਜੱਜ ਸਾਹਿਬ ਮੇਨ ਜੱਜ ਵੈਸਟ ਰਾਜ ਸਭਾ ਦੇ ਮੈਂਬਰ ਸਹੁੰ ਚੱਕ ਲਈਏ ਛੇਤੀ ਉਹ, ਪਰ ਉਹ ਸਾਨੂੰ ਜੋ ਉਦੋਂ ਬੋਲਿਆ ਸੁਪਰੀਮ ਕੋਰਟ ਪਰਸੋਂ, ਉਹ ਸਾਨੂੰ ਉਮੀਦ ਜਾਗੀ ਆ ਵੀ ਸਾਨੂੰ ਉਹਨੇ ਕਿਹਾ ਵੀ ਹਾਂ ਇਹਨਾਂ ਨੂੰ ਸ਼ਾਂਤਮਈ ਧਰਨੇ ਦਾ ਹੱਕ ਆ। ਹਾਂਜੀ ਸਾਨੂੰ ਉਹਦਾ ਬਹੁਤ ਹੌਸਲਾ ਮਿਲਿਆ। ਨਹੀਂ ਮੈਂ ਫਾਰਮਰ ਨਹੀਂ ਜੀ, ਮਗਰ ਮੇਰੀ ਤਨੋਂ ਮਨੋਂ ਤੋਂ ਸਪੋਰਟ ਇਹਨਾਂ ਦੇ ਨਾਲ ਹੈ ਜੀ। ਅੱਛਾ, ਮੈਂ ਕੁਰਬਾਨੀ ਦੇਣ ਲਈ ਵੀ ਤਿਆਰ ਹਾਂ ਜੀ। ਅੱਛਾ, ਤੁਸੀਂ ਕੀ ਲੈ ਕੇ ਆਏ ਹੋ ਉੱਥੋਂ? ਅਸੀਂ ਲੈ ਕੇ ਆਏ ਹਾਂ ਜੀ ਦੁੱਧ, ਪਾਣੀ ਜੀ, ਔਰ ਆਪਣਾ ਬਾਲਣ ਜੀ। ਬਾਲਣ, ਹਾਂਜੀ ਹਾਂ, ਹੋਰ ਰਾਸ਼ਨ ਭੇਜਾਂਗੇ ਜੀ ਹੁਣ ਅਸੀਂ। ਉਹਨਾਂ ਤੇ ਲੱਗਦਾ ਹੈ ਜੀ, ਉਹਨਾਂ ਨੇ ਕਮੈਂਟ ਦਿੱਤੇ ਹੈਗੇ ਵੀ ਬੈਠ ਕੇ ਆਪਣਾ ਗੱਲਬਾਤ ਰਾਹੀਂ ਨਿਬੇੜੋ ਇਹਨੂੰ ਕੰਮ ਨੂੰ, ਇਹ ਜ਼ਿਆਦਾ ਨਹੀਂ ਵਧਣਾ ਚਾਹੀਦਾ, ਨਹੀਂ ਸਾਰੇ ਸਟੇਟਾਂ 'ਚ ਫੈਲ ਜਾਣਾ ਹੈਗਾ ਜੀ। ਸੁਪਰੀਮ ਕੋਰਟ ਨੇ ਇਹ ਕਮੈਂਟ ਦਿੱਤੇ ਆ ਜੀ। ਸਾਨੂੰ ਉਮੀਦ ਹੈ ਹੁਣ ਵੀ ਮੋਦੀ ਸਰਕਾਰ ਜਾਗੂਗੀ ਔਰ ਸਾਡੇ ਭਰਾਵਾਂ ਦੇ, ਕਿਸਾਨਾਂ ਦੇ, ਮਜ਼ਦੂਰਾਂ ਦੇ ਹੱਕ 'ਚ ਇਹ ਜਿਹੜੇ ਕਾਨੂੰਨ 3 ਬਣਾਏ ਆ ਜੀ ਇਹਨਾਂ ਨੂੰ ਵਾਪਸ ਲਊਗੀ ਜੀ। ਔਰ ਅਮੈਂਡਮੈਂਟ ਨਹੀਂ ਅਸੀਂ ਚਾਹੁੰਦੇ ਜੀ, ਅਸੀਂ ਤਾਂ ਚਾਹੁੰਦੇ ਆ ਵੀ ਇਹ ਕਾਨੂੰਨ ਜਿਹੜੇ ਹੈਗੇ ਆ ਮਾਰੂ ਕਾਨੂੰਨ। ਤਾਂ ਵੱਖ-ਵੱਖ ਖਿੱਤਿਆਂ ਦਾ ਮਿਲ ਰਿਹਾ ਹੈ ਸਮਰਥਨ ਕਿਸਾਨਾਂ ਨੂੰ। ਸਿੰਘੂ ਬਾਰਡਰ ਵੱਡੀ ਗਿਣਤੀ 'ਚ ਹੈ, ਟਿਕਰੀ ਬਾਰਡਰ ਵੀ ਲੋਕ ਆਮ ਪਹੁੰਚੇ ਨੇ ਵੱਡੀ ਗਿਣਤੀ ਦੇ ਵਿੱਚ, ਉਹਨਾਂ ਦੇ ਵੱਲੋਂ ਸਮਰਥਨ ਕੀਤਾ ਜਾ ਰਿਹਾ ਹੈ। ਅਸੀਂ ਇੱਕ ਛੋਟੇ ਜਿਹੇ ਬ੍ਰੇਕ ਲਈ ਰੁਕਾਂਗੇ, ਫੌਰਨ ਵਾਪਸ ਆਉਂਦੇ ਹਾਂ ਕੁਝ ਹੋਰ ਖਬਰਾਂ ਨਾਲ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ। ਤੇ ਹੁਣ ਖਬਰ ਪਟਿਆਲਾ ਤੋਂ। ਬੇਰੋਜ਼ਗਾਰ ਟੀਟੀ ਪਾਸ ਅਧਿਆਪਕਾਂ ਦੇ ਨਾਲ ਜੁੜੀ ਹੋਈ। ਬੇਰੋਜ਼ਗਾਰ ਟੀਟੀ ਪਾਸ ਅਧਿਆਪਕਾਂ ਦੇ ਵੱਲੋਂ ਜ਼ਬਰਦਸਤ ਹੰਗਾਮਾ ਪਟਿਆਲਾ ਦੇ ਵਿੱਚ ਕੀਤਾ ਗਿਆ। ਪੁਲਿਸ ਤੇ ਅਧਿਆਪਕਾਂ ਦੇ ਵਿਚਾਲੇ ਧੱਕਾ ਮੁੱਕੀ ਵੀ ਹੋਈ। ਪੁਲਿਸ ਨੇ ਅਧਿਆਪਕਾਂ ਦੇ ਉੱਤੇ ਲਾਠੀ ਚਾਰਜ ਵੀ ਕਰ ਦਿੱਤਾ। ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਘਰ ਵੱਲ ਕੂਚ ਕਰਨ ਦੀ ਕੋਸ਼ਿਸ਼ ਕਰ ਰਹੇ ਸੀ, ਘਿਰਾਓ ਕਰਨ ਚਾਹੁੰਦੇ ਸੀ। ਲੰਬੇ ਸਮੇਂ ਤੋਂ ਅਧਿਆਪਕ ਨੌਕਰੀ ਦੀ ਮੰਗ ਕਰ ਰਹੇ ਨੇ। ਇਹ ਬੇਰੋਜ਼ਗਾਰ ਤੇ ਆਪਣੀਆਂ ਮੰਗਾਂ ਨੂੰ ਲੈ ਕੇ ਇਹਨਾਂ ਨੇ ਪਟਿਆਲਾ ਦੇ ਵਿੱਚ ਮੋਰਚਾ ਖੋਲ੍ਹਿਆ ਤੇ ਵੱਡੀ ਤਾਦਾਦ ਦੇ ਵਿੱਚ ਉੱਥੇ ਇਕੱਠੇ ਹੋਏ ਸੀ। ਤੇ ਉਸ ਤੋਂ ਬਾਅਦ ਰੁਕ ਕਰਨਾ ਚਾਹੁੰਦੇ ਸਨ ਮੁੱਖ ਮੰਤਰੀ ਦੀ ਰਿਹਾਇਸ਼ ਨੂੰ ਘੇਰਨ ਦੀ ਕੋਸ਼ਿਸ਼ ਕਰਨਾ ਚਾਹੁੰਦੇ ਸੀ। ਪੁਲਿਸ ਨੇ ਵਿਚਾਲੇ ਰੋਕ ਲਈ, ਬੈਰੀਕੇਡਿੰਗ ਕੀਤੀ ਹੋਈ ਸੀ, ਤਿਆਰੀ ਪੂਰੀ ਸੀ। ਧੱਕਾ ਮੁੱਕੀ ਹੋਈ ਤੇ ਉਸ ਤੋਂ ਬਾਅਦ ਫਿਰ ਲਾਠੀਆਂ ਵੀ, ਕੁਝ ਤੁਸੀਂ ਕਹਿ ਸਕਦੇ ਹੋ ਕਿ ਹਲਕਾ ਲਾਠੀ ਚਾਰਜ, ਹਲਕਾ ਬਲ ਪ੍ਰਯੋਗ ਹੈ, ਪਰ ਜ਼ਰੂਰ ਉੱਥੇ ਜ਼ਬਰਦਸਤ ਹੰਗਾਮਾ ਹੁੰਦਾ ਨਜ਼ਰ ਆਇਆ। ਉਸ ਦੀਆਂ ਤਸਵੀਰਾਂ, ਇਹ ਪਟਿਆਲਾ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ। ਸਾਡੀਆਂ ਧੀਆਂ ਭੈਣਾਂ ਕੁੜੀਆਂ ਦੀਆਂ ਇੱਜ਼ਤਾਂ ਨੂੰ ਹੱਥ ਪਾਇਆ ਗਿਆ, ਉਹਨਾਂ ਦੀਆਂ ਚੁੰਨੀਆਂ ਛਾਲੀਆਂ ਗਈਆਂ ਨੇ ਇਹਨਾਂ ਦੇ ਪੁਲਿਸ ਵਾਲਿਆਂ ਵੱਲੋਂ। ਇਹਨਾਂ ਵੱਲੋਂ ਚੁੰਨੀਆਂ ਛਾਲੀਆਂ ਗਈਆਂ ਨੇ। ਸਾਡੀਆਂ ਧੀਆਂ ਭੈਣਾਂ ਦੀ ਇੱਜ਼ਤ ਨੂੰ ਲੈ ਕੇ ਉਹਨਾਂ ਦੇ ਪੇਰੈਂਟਸ ਦੇ ਸਾਹਮਣੇ ਲੈ ਕੇ ਕੀ ਇੱਜ਼ਤ ਰਹੇਗੀ ਸਾਡੀ? ਸਾਡੀਆਂ ਧੀਆਂ ਭੈਣਾਂ ਦੀ ਇੱਜ਼ਤ ਅੱਜ ਇੱਥੇ ਰੋਲੀ ਗਈ ਹੈ ਸਿਰਫ ਤੇ ਸਿਰਫ ਕੈਪਟਨ ਸਰਕਾਰ ਦੇ ਕਰਕੇ। ਕੀਤਾ ਗਿਆ, ਚੁੰਨੀਆਂ ਖਿੱਚੀਆਂ ਗਈਆਂ ਨੇ, ਉਹਨਾਂ ਤੋਂ ਲਾਠੀ ਚਾਰਜ ਕੀਤਾ, ਸਾਡੇ ਭਾਈਆਂ ਤੋਂ ਲਾਠੀ ਚਾਰਜ ਕੀਤਾ, ਗੁੱਟਾਂ ਦੇ ਉੱਪਰ ਸੱਟਾਂ ਲੱਗੀਆਂ ਨੇ। ਇਹਨੂੰ ਅਸੀਂ ਇੱਕ ਮਾੜਾ ਵਤੀਰਾ ਕਵਾਂਗੇ ਸਰਕਾਰ ਦਾ, ਜਿਹੜਾ ਚਾਹੇ 8 ਮਾਰਚ ਨੂੰ ਪਿਛਲੇ ਸਾਲ ਸਾਡੇ ਨਾਲ ਕੀਤਾ ਗਿਆ, ਚਾਹੇ ਸੰਗਰੂਰ
ਵਿੱਚ 3-4 ਵਾਰ ਕੀਤਾ ਗਿਆ, ਅੱਜ ਫਿਰ ਉਹਨਾਂ ਨੇ ਤਸ਼ੱਦਦ ਕੀਤਾ ਗਿਆ। ਤਾਂ ਅਧਿਆਪਕਾਂ ਦੇ ਵੱਲੋਂ ਮੋਰਚਾ ਖੋਲ੍ਹਿਆ ਗਿਆ ਸੀ, ਪੁਲਿਸ ਨੇ ਉੱਥੇ ਖੂਬ ਤਿਆਰੀ ਕੀਤੀ ਸੀ ਤੇ ਇਸ ਸਭ ਦੇ ਵਿਚਾਲੇ ਧੱਕਾ ਮੁੱਕੀ ਹੁੰਦੀ ਹੋਈ ਨਜ਼ਰ ਆਈ। ਫਿਲਹਾਲ ਵੇਲਾ ਹੋ ਚੱਲਿਆ ਤੁਹਾਡੇ ਤੋਂ ਇਜਾਜ਼ਤ ਲੈਣ ਦਾ। ਇੱਕ ਛੋਟਾ ਜਿਹਾ ਵਕਫੇ ਦੇ ਉਸ ਪਾਰ ਵੀ ਨਿਊਜ਼ 18 ਪੰਜਾਬ ਦੇ ਉੱਤੇ ਖਬਰਾਂ ਦਾ ਸਿਲਸਿਲਾ ਜਾਰੀ ਰਹੇ।